ਸਾਹਿਬ ਜੀਓ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵੇਂ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲ ਅਮੁੱਲ ਆਖਿਆ ਨਾ ਜਾਏ, ਆਕ ਆਕ ਰਹੇ ਲਿਵਲਾਏ। ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ। ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ। ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ। ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ। ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉਠ ਉਠ ਜਾਹੇ। ਏਤੇ ਕੀਤੇ ਹੋਰ ਕਰੇ, ਤਾਂ ਆਖ ਨ ਸਕੈ ਕੇਈ ਕੇ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਵਾਰ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਆਨੰਦ ਮਾਣ ਰਹੇ ਬਹੁਤ ਹੀ ਸਤਿਕਾਰਯੋਗ ਪਿਆਰੇ ਸਤਸੰਗੀ ਜਨੋ। ਗੁਰੂ ਸਾਹਿਬ ਜੀ ਦੀ ਬੜੀ ਮਹਾਨ ਕਿਰਪਾ ਨਦਰ ਬਖਸ਼ਿਸ਼ ਹੋਈ ਹੈ, ਜਿੱਥੇ ਆਪਾਂ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਬਾਣੀ ਨੂੰ ਬੜੇ ਪਿਆਰ ਦੇ ਨਾਲ ਪੜ੍ਹਦੇ ਹਾਂ, ਸੁਣਦੇ ਹਾਂ। ਉੱਥੇ ਯਤਨ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਸਮਝਿਆ ਤੇ ਵਿਚਾਰਿਆ ਜਾਵੇ, ਕਿਉਂਕਿ ਜਦੋਂ ਅਸੀਂ ਗੁਰਬਾਣੀ ਦੇ ਅਰਥ ਪੜ੍ਹਾਂਗੇ, ਗੁਰਬਾਣੀ ਨੂੰ ਸਮਝਾਂਗੇ, ਤਾਂ ਸਾਡੇ ਜੀਵਨ ਦੇ ਵਿੱਚ ਤਬਦੀਲੀ ਆਵੇਗੀ। ਸਾਨੂੰ ਪਤਾ ਲੱਗ ਜਾਂਦਾ ਹੈ ਕਿ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਆਪਣੇ ਬੱਚਿਆਂ ਨੂੰ, ਸਿੱਖਾਂ ਨੂੰ, ਪੂਰੀ ਮਨੁੱਖਤਾ ਨੂੰ ਸੰਸਾਰ ਦੇ ਵਿੱਚ ਰਹਿਣ ਦਾ ਤਰੀਕਾ ਸਿਖਾਇਆ ਹੈ। ਕਿਹੜਾ ਮੈਸੇਜ ਗੁਰੂ ਸਾਹਿਬ ਜੀ ਨੇ ਬਾਣੀ ਦੇ ਰਾਹੀਂ ਸਾਨੂੰ ਦਿੱਤਾ ਹੈ। ਗੁਰੂ ਪਿਆਰਿਓ, ਆਪਾਂ ਹੁਣ ਤੱਕ 25 ਪੌੜੀਆਂ ਦੇ ਵਿਚਾਰ ਕਰ ਚੁੱਕੇ ਹਾਂ। ਜਪ ਪਾਵਨ ਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਬਾਰੇ ਸੱਚ ਬਿਆਨ ਕੀਤਾ ਹੈ। ਕੱਲ ਆਪਾਂ ਸਾਰਿਆਂ ਨੇ ਪੜ੍ਹਿਆ ਸੀ ਕਿ ਪਰਮਾਤਮਾ ਦੀ ਜਿਹੜੀ ਕੁਦਰਤ ਹੈ, ਪਰਮਾਤਮਾ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਜਿੰਨੀਆਂ ਵੀ ਦਾਤਾਂ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਸਾਨੂੰ ਬਖਸ਼ਿਸ਼ ਕਰਦੇ ਹਨ। ਮਨੁੱਖ ਨੇ ਮਿਹਨਤ ਕਰਨੀ ਹੈ, ਕਿਰਪਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਆਪ ਕਰਨੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਆਖਿਆ ਸੀ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਸਿਫਤ ਸਲਾਹ ਰੂਪੀ ਗੁਣ ਬਖਸ਼ਿਸ਼ ਕਰਦੇ ਹਨ। ਗੁਰੂ ਸਾਹਿਬ ਜੀ ਕਹਿੰਦੇ ਉਹ ਸੰਸਾਰ ਦੇ ਵਿੱਚ ਚੰਗੀ ਸ਼ੋਭਾ ਪ੍ਰਾਪਤ ਕਰਕੇ ਜਾਂਦੇ ਹਨ।
ਅੱਜ ਦੇ ਇਸ ਵਿਚਾਰ ਦਿਨ ਪੌੜੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਅਮੁੱਲ ਤੋਂ ਭਾਵ ਹੁੰਦਾ ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਜਿਹਦੀ ਕੀਮਤ ਪਾਈ ਨਹੀਂ ਜਾ ਸਕਦੀ। ਭਾਵ ਜਿਹੜਾ ਪਰਮਾਤਮਾ ਦੇ ਗੁਣ ਨੇ ਉਹ ਕੀਮਤ ਤੋਂ ਵੀ ਉੱਪਰ ਨੇ। ਕੋਈ ਘਰ ਲੈਣਾ ਹੋਵੇ, ਕੋਈ ਦੁਨਿਆਵੀ ਚੀਜ਼ ਆਪਾਂ ਲੈਣੀ ਹੋਵੇ ਤੇ ਉਹਦੀ ਬੋਲੀ ਲੱਗਦੀ ਹੈ, ਆਪਾਂ ਉਹਦੀ ਕੀਮਤ ਲਗਾ ਦਿੰਦੇ ਹਾਂ। ਕਿਸੇ ਮਨੁੱਖ ਨੇ ਗੋਲਡ ਖਰੀਦਣਾ ਹੈ, ਸੋਨਾ ਖਰੀਦਣਾ ਹੈ, ਤਾਂ ਮਨੁੱਖ ਬਾਜ਼ਾਰ ਵਿੱਚ ਜਾਂਦਾ ਹੈ ਤੇ ਜਾ ਕੇ ਰੇਟ ਪਤਾ ਕਰਦਾ ਹੈ, ਤੇ ਜੋ ਰੇਟ ਬਾਜ਼ਾਰ ਦੇ ਵਿੱਚ ਵਿਕਦਾ ਹੈ ਸੋਨਾ, ਤੇ ਉਸ ਤਰੀਕੇ ਦੇ ਨਾਲ ਮਨੁੱਖ ਉਹਨੂੰ ਖਰੀਦ ਲੈਂਦਾ ਹੈ, ਕਿਉਂਕਿ ਮਨੁੱਖ ਦੀ ਹੈਸੀਅਤ ਹੈ। ਮਨੁੱਖ ਨੂੰ ਪਤਾ ਹੈ ਵੀ ਇਸ ਚੀਜ਼ ਦੀ ਕੀਮਤ ਇੰਨੀ ਹੈ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਦੁਨਿਆਵੀ ਤੌਰ ਤੇ ਤੁਸੀਂ ਹਰ ਇੱਕ ਵਸਤੂ ਦਾ ਮੁੱਲ ਲਾ ਸਕਦੇ ਹੋ, ਪਰ ਜਿਹੜੇ ਪਰਮਾਤਮਾ ਦੇ ਗੁਣ ਨੇ ਨਾ ਉਹ ਮੁੱਲ ਤੋਂ ਵੀ ਉੱਪਰ ਨੇ। ਅਮੁੱਲ ਗੁਣ ਅਮੁੱਲ ਵਪਾਰ, ਕਹਿੰਦੇ ਅਕਾਲ ਪੁਰਖ ਦੇ ਜਿਹੜੇ ਗੁਣ ਨੇ ਇਹਨਾਂ ਦਾ ਮੁੱਲ ਨਹੀਂ ਪੈ ਸਕਦਾ। ਅਮੁੱਲ ਵਪਾਰ, ਇਹਨਾਂ ਗੁਣਾਂ ਦੇ ਵਪਾਰ ਕਰਨੇ ਵੀ ਅਮੋਲਕ ਹਨ, ਕਿਉਂਕਿ ਹਰ ਇੱਕ ਚੀਜ਼ ਦਾ ਵਪਾਰ ਹੁੰਦਾ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਭਾਈ ਗੁਰਦਾਸ ਜੀ ਆਗਰੇ ਜਾ ਕੇ ਘੋੜਿਆਂ ਦਾ ਵਪਾਰ ਕਰਦੇ ਸਨ। ਜਿੰਨੇ ਵੀ ਦਰਬਾਰ ਸਾਹਿਬ ਦੀ ਧਰਤੀ ਦੇ ਉੱਤੇ ਸਿੱਖ ਸਨ, ਭਾਵੇਂ ਕੋਈ ਕਾਬਲ ਤੋਂ ਸੀ, ਕੰਧਾਰ ਤੋਂ ਸੀ, ਅਫਗਾਨਿਸਤਾਨ ਲਾਹੌਰ ਤੋਂ, ਜਿਹੜੇ ਜਿਹੜੇ ਮੁਲਕਾਂ ਦੇ ਵਿੱਚੋਂ ਜਿਹੜੀਆਂ ਜਿਹੜੀਆਂ ਸਟੇਟਾਂ ਤੋਂ ਵੀ ਸਿੱਖ ਆਉਂਦੇ ਸੀ ਨਾ ਗੁਰੂ ਦੇ ਕੋਲ। ਆਪਾਂ ਕਈ ਵਾਰ ਇਤਿਹਾਸ ਪੜ੍ਹਿਆ ਕਿ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਬੜੇ ਤਿੱਕ ਕੀਤਿਆਂ ਦੇ ਜਿਹੜੇ ਲੋਕ ਨੇ ਉਹ ਦਰਬਾਰ ਸਾਹਿਬ ਦੀ ਧਰਤੀ ਉੱਤੇ ਵਸਾਏ ਸਨ। ਕੋਈ ਲੋਹੇ ਦਾ ਵਪਾਰ ਕਰਦਾ ਸੀ, ਕੋਈ ਕਿਸ ਤਰੀਕੇ ਦੇ ਨਾਲ ਵਪਾਰ ਕਰਦਾ ਸੀ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਮਝਾਇਆ ਕਿ ਦੁਨਿਆਵੀ ਤੌਰ ਤੇ ਮਨੁੱਖ ਆਪਣੇ ਜੀਵਨ ਦੇ ਗੁਜ਼ਾਰਨ ਵਾਸਤੇ ਵਪਾਰ ਕਰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਕੀਰਤ ਕਰੋ, ਨਾਮ ਜਪੋ, ਵੰਡ ਛਕੋ। ਜਿਹੜਾ ਸਿਧਾਂਤ ਗੁਰੂ ਨਾਨਕ ਨੇ ਦਿੱਤਾ, ਕੀਰਤ ਕਰਨ ਦਾ ਮਤਲਬ ਹੀ ਇਹ ਹੈ ਕਿ ਵਪਾਰ ਕਰਨਾ, ਮਿਹਨਤ ਕਰਨੀ, ਸਟਰਗਲ ਕਰਨਾ, ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਅਮੁੱਲ ਵਪਾਰੀਏ ਅਮੁੱਲ ਭੰਡਾਰ। ਉਹਨਾਂ ਮਨੁੱਖਾਂ ਦਾ ਵੀ ਮੁੱਲ ਨਹੀਂ ਪੈ ਸਕਦਾ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਦਾ ਵਪਾਰ ਕਰਦੇ ਹਨ। ਗੁਣਾਂ ਦੇ ਖਜ਼ਾਨੇ ਵੀ ਅਮੋਲਕ ਹਨ। ਅਮੁੱਲ ਵਪਾਰੀਏ ਅਮੁੱਲ ਭੰਡਾਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜਾ ਇਨਸਾਨ ਪਰਮਾਤਮਾ ਦੇ ਗੁਣਾਂ ਦਾ ਵਪਾਰ ਕਰਦਾ ਹੈ ਨਾ, ਗੁਣਾਂ ਨੂੰ ਇਕੱਠਾ ਕਰਦਾ ਹੈ, ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਂਦਾ ਹੈ, ਜੋ ਗੁਰੂ ਨੇ ਕਿਹਾ ਉਹਨੂੰ ਭਲਾ ਕਰਕੇ ਮੰਨ ਲੈਂਦਾ ਹੈ, ਸਤਿਗੁਰੂ ਜੀ ਕਹਿੰਦੇ ਉਹ ਸੰਸਾਰ ਵਿੱਚ ਸ਼ੋਭਾ ਵੀ ਪਾਉਂਦੇ ਨੇ ਤੇ ਉਹਨਾਂ ਦੀ ਜਿਹੜੀ ਕੀਮਤ ਪਾਈ ਨਹੀਂ ਜਾ ਸਕਦੀ, ਕਿਉਂਕਿ ਅਮੁੱਲ ਵਪਾਰੀਏ ਅਮੁੱਲ ਭੰਡਾਰ। ਜਿਹੜਾ ਉਹਨਾਂ ਦਾ ਗੁਣਾ ਰੂਪੀ ਖਜ਼ਾਨਾ ਹੈ ਨਾ, ਇਹ ਵੀ ਅਮੁੱਲ ਹੈ, ਭਾਵ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਅਮੁੱਲ ਆਵੇਂ ਅਮੁੱਲ ਲੈ ਜਾਹੇ। ਉਹਨਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ ਜੋ ਇਸ ਵਪਾਰ ਲਈ ਜਗਤ ਵਿੱਚ ਆਉਂਦੇ ਹਨ। ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ ਜੋ ਇਹ ਸੌਦਾ ਖਰੀਦ ਕੇ ਲੈ ਜਾਂਦੇ ਹਨ। ਕਿਹੜਾ ਸੌਦਾ? ਗੁਣਾ ਰੂਪੀ ਸੌਦਾ। ਅਮੁੱਲ ਆਵੇਂ ਉਹ ਇਨਸਾਨ ਸੰਸਾਰ ਵਿੱਚ ਆਉਂਦੇ ਨੇ, ਪ੍ਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਦੇ ਨੇ, ਗੁਰੂ ਕੋਲ ਬੈਠਦੇ ਨੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਇੰਨੀ ਕਿਰਪਾ ਕਰਦਾ ਹੈ ਕਿ ਉਹਨਾਂ ਦੇ ਭਾਗ ਵੱਡੇ ਬਣ ਜਾਂਦੇ ਹਨ। ਵੱਡੇ ਭਾਗਾਂ ਵਾਲਾ ਮਨੁੱਖ ਉਦੋਂ ਬਣਦਾ ਹੈ ਜਦੋਂ ਗੁਰੂ ਦੀ ਗੱਲ ਨੂੰ ਧਿਆਨ ਦੇ ਨਾਲ ਸੁਣਦਾ ਹੈ, ਸਤ ਸੰਗਤ ਕਰਦਾ ਹੈ, ਸਮਾਜ ਵਿੱਚ ਰਹਿੰਦਿਆਂ ਚੰਗੇ ਕੰਮ ਕਰਦਾ ਹੈ। ਤਾਂ ਜਦੋਂ ਉਹ ਸੰਸਾਰ ਤੋਂ ਜਾਂਦਾ ਹੈ, ਅਮੁੱਲ ਲੈ ਜਾਹੇ। ਕਹਿੰਦੇ ਜਦੋਂ ਸੰਸਾਰ ਤੋਂ ਉਹ ਮਨੁੱਖ ਚਲਾ ਜਾਂਦਾ, ਕਹਿੰਦੇ ਉਦੋਂ ਵੀ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਕਈ ਵਾਰ ਬਹੁਤ ਸਾਰੇ ਦੁਨੀਆ ਦੇ ਅੰਦਰ ਐਸੇ ਲੋਕ ਨੇ ਜਿਨ੍ਹਾਂ ਕੋਲ ਦੁਨਿਆਵੀ ਧਨ ਦੌਲਤ ਬਹੁਤ ਹੈ, ਪਰ ਨਿਮਰਤਾ ਬਹੁਤ ਹੈ, ਜ਼ਿੰਦਗੀ ਦੇ ਵਿੱਚ ਸਹਿਜ ਅਵਸਥਾ ਬਹੁਤ ਹੈ, ਜ਼ਿੰਦਗੀ ਸੋਹਣੀ ਜੋ ਕਿ ਸੰਸਾਰ ਤੋਂ ਜਾਂਦੇ ਨੇ। ਪਰ ਬਹੁਤ ਸਾਰੇ ਮਨੁੱਖ ਐਸੇ ਵੀ ਨੇ ਜਿਹੜੇ ਲਾਲਚ ਤੇ ਲਾਲਚ ਕਰਦੇ ਨੇ। ਮਨੁੱਖ ਸੋਚਦਾ ਮੈਨੂੰ ਆ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਮਨੁੱਖ ਅਮੁੱਲ ਹੈ ਜਿਹੜਾ ਗੁਰੂ ਦੇ ਗੁਣਾਂ ਦਾ ਵਪਾਰ ਕਰਦਾ ਹੈ। ਦੁਨਿਆਵੀ ਤੌਰ ਤੇ ਮਨੁੱਖ ਵਪਾਰ ਜ਼ਿਆਦਾ ਕਰਦਾ ਹੈ, ਪਰ ਅਧਿਆਤਮਕ ਤੌਰ ਤੇ ਆਤਮਕ ਤੌਰ ਤੇ ਗੁਣਾਂ ਦਾ ਵਪਾਰ ਘੱਟ ਕਰਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਇਹ ਵਪਾਰ ਹੋਏਗਾ ਕਿਵੇਂ? ਜਦੋਂ ਮਨੁੱਖ ਗੁਰੂ ਦੇ ਕੋਲ ਆਏਗਾ, ਸੰਗਤ ਕਰੇਗਾ, ਚੰਗੇ ਵਿਚਾਰ ਧਿਆਨ ਦੇ ਨਾਲ ਸੁਣ ਕੇ ਆਪਣੇ ਜੀਵਨ 'ਚ ਲਾਗੂ ਕਰੇਗਾ। ਅਮੁੱਲ ਆਵੇਂ ਅਮੁੱਲ ਲੈ ਜਾਹੇ। ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਇਹ ਸੌਦਾ ਖਰੀਦ ਕੇ ਲੈ ਜਾਂਦੇ ਹਨ। ਅਮੁੱਲ ਭਾਏ
ਅਮੁੱਲਾ ਸਮਾਹੇ। ਜੋ ਮਨੁੱਖ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਪ੍ਰੇਮ ਵਿੱਚ ਹਨ ਅਤੇ ਜੋ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਨ, ਗੁਰੂ ਸਾਹਿਬ ਜੀ ਕਹਿੰਦੇ ਉਹ ਵੀ ਅਮੋਲਕ ਹਨ। ਅਮੁੱਲ ਭਾਏ, ਭਾਏ ਤੋਂ ਭਾਵ ਹੁੰਦਾ ਹੈ ਪ੍ਰੇਮ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ 'ਚ ਸਮਝਾਇਆ ਹੈ ਕਿ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਜਿਹੜੇ ਮਨੁੱਖ ਲੀਨ ਹੋ ਜਾਂਦੇ ਨੇ, ਅਮੁੱਲ ਭਾਏ ਅਮੁੱਲਾ ਸਮਾਹੇ, ਕਹਿੰਦੇ ਉਹ ਮਨੁੱਖ ਅਮੋਲਕ ਹੋ ਜਾਂਦੇ ਨੇ ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਸਮਾ ਜਾਂਦੇ ਨੇ। ਸਮਾਨ ਤੋਂ ਭਾਵ ਹੁੰਦਾ ਹੈ ਗੁਰੂ ਦੀ ਵਿਚਾਰ ਦੇ ਵਿੱਚ ਲੀਨ ਹੋ ਜਾਣਾ, ਗੁਰੂ ਦੀ ਗੱਲ ਨੂੰ ਧਿਆਨ ਦੇ ਨਾਲ ਸੁਣ ਲੈਣਾ। ਅਮੁੱਲ ਧਰਮ ਅਮੁੱਲ ਦੀਵਾਨ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਕਾਨੂੰਨ ਹੈ ਨਾ, ਧਰਮ ਦਾ ਮਤਲਬ ਹੁੰਦਾ ਹੈ ਕਾਨੂੰਨ, ਧਰਮ ਦਾ ਮਤਲਬ ਹੁੰਦਾ ਹੈ ਆਪਣੇ ਫਰਜ਼ਾਂ ਦੀ ਪਹਿਚਾਣ ਕਰਨਾ, ਧਰਮ ਦਾ ਮਤਲਬ ਹੁੰਦਾ ਹੈ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨੂੰ ਨਿਭਾਉਣਾ। ਅਮੁੱਲ ਧਰਮ ਅਮੁੱਲ ਦੀਵਾਨ, ਕਹਿੰਦੇ ਉਹਨਾਂ ਦਾ ਜਿਹੜਾ ਰਾਜ ਦਰਬਾਰ ਹੈ ਨਾ ਉਹ ਵੀ ਅਮੋਲਕ ਬਣ ਜਾਂਦਾ ਹੈ। ਅਮੁੱਲ ਧਰਮ, ਜਿਹੜਾ ਪਰਮਾਤਮਾ ਦਾ ਧਰਮ ਹੈ, ਧਰਮ ਕੀ ਹੈ? ਆਪਣੇ ਫਰਜ਼ਾਂ ਦੀ ਪਹਿਚਾਣ ਕਰਨੀ, ਸੱਚ ਬੋਲਣਾ, ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਅਮੁੱਲ ਦੀਵਾਨ, ਜਿਹੜਾ ਉਹਦਾ ਦਰਬਾਰ ਹੈ ਨਾ ਪਰਮਾਤਮਾ ਦਾ ਰਾਜ ਦਰਬਾਰ ਹੈ, ਇਹਦਾ ਵੀ ਮੁੱਲ ਨਹੀਂ ਪਾਇਆ ਜਾ ਸਕਦਾ। ਅੱਗੇ ਸਾਹਿਬ ਜੀ ਕਿਰਪਾ ਕਰਦੇ ਨੇ, ਅਮੁੱਲ ਤੁਲ ਅਮੁੱਲ ਪ੍ਰਵਾਨ। ਉਹ ਤੱਕੜੀ ਵੀ ਅਮੋਲਕ ਹੈ, ਉਹ ਵੱਟਾ ਵੀ ਅਮੋਲਕ ਹੈ, ਜਿਸ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀਵਾਂ ਦੇ ਚੰਗੇ ਤੇ ਮੰਦੇ ਜਿਹੜੇ ਕਰਮ ਨੇ ਉਹ ਤੋਲਦਾ ਹੈ। ਅਮੁੱਲ ਤੁਲ ਅਮੁੱਲ ਪ੍ਰਵਾਨ। ਗੁਰੂ ਸਾਹਿਬ ਜੀ ਕਹਿੰਦੇ ਉਹ ਤੱਕੜੀ ਵੀ ਅਮੋਲਕ ਹੈ, ਉਹ ਵੱਟਾ ਵੀ ਅਮੋਲਕ ਹੈ, ਜਿਹਦੇ ਨਾਲ ਪਰਮਾਤਮਾ ਮਨੁੱਖ ਦੇ ਚੰਗੇ ਤੇ ਮੰਦੇ ਕਰਮਾਂ ਨੂੰ ਤੋੜਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ 'ਚ ਆਖਿਆ ਕਿ ਸਾਰਾ ਕੁਝ ਸੰਸਾਰ ਦੇ ਅੰਦਰ ਹੀ ਵਾਪਰਦਾ ਹੈ। ਮਨੁੱਖ ਜੇ ਦੁਖੀ ਹੈ ਤਾਂ ਵੀ ਸੰਸਾਰ 'ਚ ਹੈ, ਜੇ ਸੁਖੀ ਹੈ ਤਾਂ ਵੀ ਸੰਸਾਰ 'ਚ ਰਹਿੰਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਨੇ ਸਮਝਾਇਆ ਕਿ ਪਿਆਰਿਆ, ਗੁਰੂ ਦੇ ਨਾਲ ਜੁੜ ਕੇ ਚੰਗੇ ਗੁਣ ਗ੍ਰਹਿਣ ਕਰਿਆ ਕਰ, ਚੰਗੀ ਸੰਗਤ ਕਰਿਆ ਕਰ। ਜਦੋਂ ਤੇਰਾ ਜੀਵਨ ਸੋਹਣਾ ਬਣ ਗਿਆ ਫਿਰ ਕੀ ਹੋਏਗਾ? ਤੂੰ ਸੰਸਾਰ ਦੇ ਵਿੱਚ ਰਹਿੰਦੇ ਹੋਇਆਂ ਹੀ ਪਰਮਾਤਮਾ ਦੀ ਨਿਗਾਹ ਦੇ ਵਿੱਚ, ਉਹਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਏਗਾ। ਅਮੁੱਲ ਤੁਲ ਅਮੁੱਲ ਪ੍ਰਵਾਨ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ। ਉਸ ਦੀ ਬਖਸ਼ਿਸ਼ ਤੇ ਨਿਸ਼ਾਨ ਵੀ ਅਮੋਲਕ ਹਨ। ਜਿਹੜੀ ਪਰਮਾਤਮਾ ਦੀ ਬਖਸ਼ਿਸ਼ ਹੈ ਨਾ, ਜਿਹੜੀ ਪਰਮਾਤਮਾ ਵੱਲੋਂ ਸਾਡੇ ਤੇ ਕਿਰਪਾ ਕੀਤੀ ਜਾਂਦੀ ਹੈ, ਕਹਿੰਦੇ ਉਹਦੀ ਜਿਹੜੀ ਨਿਸ਼ਾਨੀ ਹੈ ਉਹ ਵੀ ਅਮੋਲਕ ਹੈ, ਉਹਦਾ ਵੀ ਮੁੱਲ ਨਹੀਂ ਪਾਇਆ ਜਾ ਸਕਦਾ। ਅਮੁੱਲ ਬਖਸ਼ੀਸ਼। ਕਈ ਵਾਰ ਰੱਬ ਇੰਨੀ ਕਿਰਪਾ ਕਰਦਾ ਹੈ ਕਿ ਸਤਿਗੁਰੂ ਜੀ ਕਹਿੰਦੇ ਨੇ ਮਨੁੱਖ ਪੈਸਿਆਂ ਦੇ ਨਾਲ ਉਹਦੀ ਕਿਰਪਾ ਨੂੰ ਤੋਲ ਨਹੀਂ ਸਕਦਾ, ਕਿਉਂਕਿ ਬਖਸ਼ਿਸ਼ ਇੰਨੀ ਵੱਡੀ ਹੈ। ਅਮੁੱਲ ਨਿਸ਼ਾਨ, ਕਹਿੰਦੇ ਜਿਹੜੇ ਪਰਮਾਤਮਾ ਦੇ ਗੁਣ ਨੇ ਮੇਰੇ ਵਾਸਤੇ ਇਹ ਇੱਕ ਨਿਸ਼ਾਨੀ ਹੈ, ਮੇਰੇ ਵਾਸਤੇ ਇਹ ਪਰਮਾਤਮਾ ਵੱਲੋਂ ਗਿਫਟ ਹੈ। ਜਿਵੇਂ ਹੁਣ ਆਪਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਹਾਂ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇੱਕ ਗਿਫਟ ਦਿੱਤੀ ਹੈ, ਇੱਕ ਨਿਸ਼ਾਨੀ ਦਿੱਤੀ ਹੈ, ਕਿਉਂਕਿ ਇਹ ਬਾਣੀ ਗੁਰੂ ਸਾਹਿਬ ਨੇ ਆਪ ਲਿਖੀ ਹੈ। ਅੱਗੇ ਸਾਹਿਬ ਜੀ ਕਿਰਪਾ ਕਰਦੇ ਨੇ, ਅਮੁੱਲ ਕਰਮ ਅਮੁੱਲ ਫੁਰਮਾਨ। ਅਕਾਲ ਪੁਰਖ ਦੀ ਬਖਸ਼ਿਸ਼ ਤੇ ਹੁਕਮ ਵੀ ਮੁੱਲ ਤੋਂ ਪਰੇ ਹਨ, ਕਿਸੇ ਦਾ ਵੀ ਅੰਦਾਜ਼ਾ ਨਹੀਂ ਲੱਗ ਸਕਦਾ। ਅਮੁੱਲ ਕਰਮ, ਜਿਹੜੇ ਪਰਮਾਤਮਾ ਦੁਆਰਾ ਬਖਸ਼ਿਸ਼ ਕੀਤੀ ਗਈ ਹੈ, ਜਿਹੜਾ ਉਹਦਾ ਹੁਕਮ ਹੈ, ਉਹਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ। ਅਮੁੱਲ ਫੁਰਮਾਨ, ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਉਹਦਾ ਫੁਰਮਾਨ ਹੈ, ਹੁਕਮ ਹੈ, ਰਜ਼ਾ ਹੈ, ਭਾਣਾ ਹੈ, ਗੁਰੂ ਸਾਹਿਬ ਜੀ ਕਹਿੰਦੇ ਉਹਦਾ ਵੀ ਜਿਹੜਾ ਆ ਮੁੱਲ ਨਹੀਂ ਪਾਇਆ ਜਾ ਸਕਦਾ। ਅਮੁੱਲੋ ਅਮੁੱਲ ਆਖਿਆ ਨਾ ਜਾਏ। ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ, ਉਸ ਦਾ ਕੋਈ ਵੀ ਅੰਦਾਜ਼ਾ ਨਹੀਂ ਲੱਗ ਸਕਦਾ, ਕਿਉਂਕਿ ਆਪਾਂ ਪਿੱਛੇ ਪੜ੍ਹ ਕੇ ਆਏ ਨਾ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੇ ਕਿਆ ਮਨਮੰਤ। ਇਹ ਪੌੜੀ ਆਪਾਂ ਪਿੱਛੇ ਪੜ੍ਹੀ ਹੈ। ਉੱਥੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ ਕਿ ਪਰਮਾਤਮਾ ਦੇ ਗੁਣਾਂ ਦਾ ਕੋਈ ਵੀ ਮਨੁੱਖ ਅੰਤ ਨਹੀਂ ਪਾਇਆ ਜਾ ਸਕਦਾ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਅਮੁੱਲੋ ਅਮੁੱਲ ਆਖਿਆ ਨਾ ਜਾਏ। ਇੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਪਰਮਾਤਮਾ ਸਾਰੇ ਅੰਦਾਜ਼ਿਆਂ ਤੋਂ ਉੱਪਰ ਹੈ।
कोई अंदाज़ा लाउंदा है परमात्मा छोटा है, कोई कहता ये दूर है, कोई कहता नेड़े है। पर गुरु नानक साहब पातशाह महाराज जी ने सानू समझाया कि प्यारिया परमात्मा तेरे अंदर है, बंदे खोज दिल हर रोज ना फिर परेशानी माहे। तो कदे भी मन करके परेशान नहीं होएगा जिस दिन तेनों पता लग गया कि रब तो मेरे अंदर वसदा है। इस करके साहब जी आखते ने अमुलो अमुल आख्या ना जाए, अकाल पुरख सब अंदाज़ियां तो परे है, उसका कोई भी अंदाज़ा आख्या नहीं जा सकता, बयान नहीं किया जा सकता। आख आख रहे लिव लाए। गुरु नानक साहब जी कहते ने जिहड़े मनुख ध्यान जोड़ जोड़ के अकाल पुरख वाहिगुरू परमात्मा का अंदाज़ा लाउंदे ने ना, कहते अंत नूं वो भी रह जाते हैं। आख आख रहे लिव लाए। ਜਿਹੜੇ परमात्मा ਦੇ ਵਿੱਚ ध्यान रखते हैं, समाधि ला लेंदे ने, रब नूं अपने तरीके दे नाल मनदे ने। पर गुरु साहब जी कहते आख आख रहे लिव लाए, ये भी समाधियां ला के अखीर दे विच अंत नूं इदां ही रह जाते हैं, अंदाज़ा नहीं लगाया जा सकता। आखें वेद पाठ पुराण। गुरु नानक साहब जी कहते वेदां दे मंत्र ते पुराण अकाल पुरख का अंदाज़ा लाउंदे ने। बहुत सारे धार्मिक ग्रंथ, बहुत सारे विद्वानां ने पुरातन लिखतां जदों असीं पढ़दे हां बड़े तरीक़िਆਂ दे नाल अंदाजे लाए जाते हैं। पर गुरु साहब जी कहते आखें वेद पाठ पुराण, कहते पुराणां दे राहीं पाठ दे राहीं जंतरां मंत्रां दे राहीं वेदां दे राहीं भी कुछ लोग परमात्मा की कुदरत का अंदाज़ा लाउंदे हैं, उहदे गुण किन्ने ने किन्ने अमोलक हैं, ये अंदाजे लाउंदे ने। कहते आखें पढ़े करें वखियान। विद्वान मनुख भी जो होरनां नूं उपदेश करते हैं अकाल पुरख का बयान करते हैं। आखें पढ़े करें वखियान। वखियान तो भाव हुंदा व्याख्या करनी, किसी चीज़ नूं समझना समझाउणा। कहते वो मनुख अकाल पुरख वाहिगुरू परमात्मा नूं जिहड़े उपदेश करते हैं वो भी बढ़िया व्याख्या करते हैं, बड़ा कुछ पढ़ते हैं। पर आखें बरमे आखें इंद, कई ब्रह्मा कई इंद्र अकाल पुरख की वडियाई आखते हैं। ब्रह्मा विष्णु महेश ये भी कहते परमात्मा द्वारा दिते हुए जिहड़े गुण ने उन्हां दी वडियाई करते हैं। आखें गोपी तै गोबिंद। गुरु नानक साहब जी कहते ने गोपियां ते कई कान अकाल पुरख का अंदाज़ा लाउंदे हैं। आखें गोपी तै गोबिंद, कहते कई परमात्मा नूं याद करते हैं, आपो अपने तरीक़िਆਂ दे नाल अंदाजे लाउंदे हैं। आखें ईश्वर आखें सिद्ध। गुरु नानक साहब जी कहते कई शिवजी सिद्ध अकाल पुरख की वडियाई आखते हैं। कहते दुनिया के अंदर जिन्ने भी देवी देवते ने ये परमात्मा के गुणों का अंत लभते हैं, ये परमात्मा के गुणों की व्याख्या करते हैं, ये परमात्मा के गुणों की वडियाई करते हैं, ये उस परमात्मा जिहड़े अमोलक गुण ने उहदे बारे जिक्र करते हैं। कहते पर होएगा कि आखें दानव आखें देव। गुरु नानक साहब जी ने आख्या आखें कीते कीते बुद्ध, अकाल पुरख द्वारा पैदा किए हुए बेअंत बुद्ध भी उसकी वडियाई आखते हैं। बड़े बुद्ध शिवजी ब्रह्मा इंद्र गोपी महेश इन्हां दा गुरु नानक साहब जिक्र कर रहे हैं इस पौड़ी दे विच कि ये भी परमात्मा के गुणों नूं बयान करते हैं, आखते हैं। अगे साहब जी कहते आखें दानव, राक्षस देवते भी अकाल पुरख की वडियाई आखते हैं। आखें देव, बड़े देवी देवते परमात्मा के गुणों नूं आखते हैं, बयान करते हैं। अगे साहब जी कहते आखें सुर नर मुन जन सेव। देवते सुभाव वर्गी जिहड़े मनुख ने मुनी लोग ने, गुरु साहब जी कहते जिहड़े अकाल पुरख वाहिगुरू परमात्मा का अंदाज़ा लाउंदे हैं। आखें सुर नर मुन जन सेव। कहते बड़े ऐसे सेवक ने जिहड़े परमात्मा के गुणों का अंदाज़ा लाउंदे हैं। बहुत सारे ऐसे संसार में तुसीं वेखोगे देवता दे देवतावां दे जिहड़े सुभाव वर्गे मनुख ने। आखें केते आखे आखण पाहे। बेअंत जीव अकाल पुरख वाहिगुरू परमात्मा का अंदाज़ा ला रहे हैं अते बेअंत लाउण का जतन कर रहे हैं। आखें केते आखें आखण पाहे। कहते बड़े आख रहे ने
ਤਾਂ ਬੜੇ ਆਖਣ ਦਾ ਯਤਨ ਕਰ ਰਹੇ ਹਨ। ਕੀ ਆਖਣ ਦਾ? ਕਿ ਪ੍ਰਮਾਤਮਾ ਬੇਅੰਤ ਹੈ, ਉਹ ਅਮੋਲਕ ਹੈ, ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕੇਤੇ ਕਹਿ ਉੱਠ ਉੱਠ ਜਾਹੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬੇਅੰਤ ਜੀਵ ਐਸੇ ਨੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਅੰਦਾਜ਼ਾ ਲਾਉਂਦੇ ਨੇ ਤੇ ਜਗਤ ਤੋਂ ਤੁਰੇ ਜਾ ਰਹੇ ਹਨ। ਕਈ ਅੰਦਾਜ਼ਾ ਲਾਉਂਦੇ ਹੀ ਸੰਸਾਰ ਤੋਂ ਚਲੇ ਗਏ। ਕੇਤੇ ਕਹਿ ਉੱਠ ਉੱਠ ਜਾਹੇ। ਕਈ ਉਹਦੀ ਵਿਆਖਿਆ ਕਰਦੇ ਅੰਦਾਜ਼ਾ ਲਾਉਂਦੇ ਉੱਠ ਉੱਠ ਜਾਹੇ, ਸੰਸਾਰ ਤੋਂ ਚਲੇ ਗਏ। ਇਤੇ ਕੀਤੇ ਹੋਰ ਕਰੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਜਗਤ ਵਿੱਚ ਇਤਨੇ ਬੇਅੰਤ ਜੀਵ ਪੈਦਾ ਕੀਤੇ ਹਨ ਜੋ ਬਿਆਨ ਕਰ ਰਹੇ ਹਨ। ਪਰ ਹੇ ਪ੍ਰਮਾਤਮਾ, ਜੇ ਤੂੰ ਹੋਰ ਵੀ ਬੇਅੰਤ ਜੀਵ ਪੈਦਾ ਕਰ ਦਵੇਂ ਤਾਂ ਆਖ ਨਾ ਸਕੇ ਕਿ ਤਾਂ ਵੀ ਤੇਰਾ ਜਿਹੜਾ ਅੰਦਾਜ਼ਾ ਹੈ ਉਹ ਕੋਈ ਮਨੁੱਖ ਨਹੀਂ ਲਗਾ ਸਕਦਾ। ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਜਿਹੜੀ ਗੱਲ ਕਹੀ ਹੈ ਨਾ, ਇੱਥੇ ਕੀਤੇ ਹੋਰ ਕਰੇ। ਕਹਿੰਦੇ ਇਸ ਤਰੀਕੇ ਦੇ ਨਾਲ ਬੇਅੰਤ ਜੀਵ ਜੇ ਤੂੰ ਹੋਰ ਵੀ ਪੈਦਾ ਕਰ ਦਵੇਂ ਨਾ ਤਾਂ ਆਖ ਨਾ ਸਕੇ ਕਿ ਤਾਂ ਵੀ ਤੇਰੇ ਗੁਣਾਂ ਦੀ ਵਿਆਖਿਆ ਨਹੀਂ ਹੋ ਸਕਦੀ, ਕਿਉਂਕਿ ਤੂੰ ਬੇਅੰਤ ਕੋ ਵਿਰਲਾ ਜਾਣੈ। ਇਸ ਕਰਕੇ ਇਹ ਪ੍ਰਮਾਤਮਾ ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀ ਹੈ। ਇਸ ਕਰਕੇ ਮੇਰੀ ਨਿੱਕੀ ਜਿਹੀ ਜੀਭ ਹੈ, ਮੈਂ ਇਸ ਜੀਭ ਦੇ ਨਾਲ ਤੇਰੇ ਕਿਹੜੇ ਗੁਣ ਮੈਂ ਆਖ ਕੇ ਬਿਆਨ ਕਰਾਂ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤਾਂ ਆਖ ਨਾ ਸਕੇ ਕਿ ਤਾਂ ਵੀ ਕੋਈ ਤੇਰਾ ਅੰਦਾਜ਼ਾ ਨਹੀਂ ਲਾ ਸਕਦਾ। ਜੇਵੜ ਭਾਵੈ ਤੇਵੜ ਹੋਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੇ ਪ੍ਰਮਾਤਮਾ, ਜਿਤਨਾ ਤੂੰ ਚਾਹੁੰਦਾ ਹੈ ਉਤਨਾ ਤੂੰ ਵੱਡਾ ਹੋ ਜਾਂਦਾ ਹੈ, ਆਪਣੀ ਕੁਦਰਤ ਨੂੰ ਤੂੰ ਵਧਾ ਲੈਂਦਾ ਹੈ। ਜੇਵੜ ਭਾਵੈ, ਜਿਵੇਂ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਤੇਵੜ ਹੋਏ, ਉਸੇ ਤਰੀਕੇ ਦੇ ਨਾਲ ਸੰਸਾਰ ਵਿੱਚ ਹੋਏਗਾ। ਜੇ ਮਨੁੱਖ ਕਵੇ ਨਾ ਕਿ ਮੇਰੇ ਕਹਿਣ ਤੇ ਪ੍ਰਮਾਤਮਾ ਜੀ ਤੁਸੀਂ ਹਵਾ ਨੂੰ ਰੋਕ ਦਿਓ, ਤਾਂ ਇਹ ਨਹੀਂ ਹੋ ਸਕਦਾ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦੀ ਕੁਦਰਤ ਹੈ ਇਹਨੇ ਨਿਰੰਤਰ ਲਗਾਤਾਰ ਆਪਣਾ ਕੰਮ ਕਰੀ ਜਾਣਾ ਹੈ। ਇਸ ਕਰਕੇ ਕੁਦਰਤ ਵਿੱਚ ਬੈਠਿਆਂ ਹੀ ਅਸੀਂ ਪ੍ਰਮਾਤਮਾ ਨੂੰ ਯਾਦ ਕਰਨਾ ਹੈ। ਇਹ ਨਹੀਂ ਹੈ ਵੀ ਪੁਰਾਤਨ ਸਮੇਂ ਵਾਂਗ ਜਿਵੇਂ ਜੋਗੀ ਲੋਕ ਘਰ ਛੱਡ ਜਾਂਦੇ ਸਨ ਵੀ ਮੈਂ ਤੀਰਥਾਂ 'ਤੇ ਚੱਲਿਆ ਜਾਂ ਮੈਂ ਜੰਗਲਾਂ ਵਿੱਚ ਚੱਲਿਆ, ਪ੍ਰਮਾਤਮਾ ਨੂੰ ਲੱਭ ਲਵਾਂਗਾ। ਗੁਰੂ ਸਾਹਿਬ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਨਹੀਂ, ਜੇਵੜ ਭਾਵੈ ਤੇਵੜ ਹੋਏ। ਜਿਵੇਂ ਉਹਨੂੰ ਚੰਗਾ ਲੱਗਦਾ ਹੈ ਉਹ ਵੱਡਾ ਹੋ ਜਾਂਦਾ ਹੈ, ਆਪਣੀ ਕੁਦਰਤ ਨੂੰ ਵਧਾ ਲੈਂਦਾ ਹੈ। ਨਾਨਕ ਜਾਣੈ ਸਾਚਾ ਸੋਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਉਹ ਸਦਾ ਸਥਿਰ ਰਹਿਣ ਵਾਲਾ ਪ੍ਰਮਾਤਮਾ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਵੱਡਾ ਹੈ। ਨਾਨਕ ਜਾਣੈ ਸਾਚਾ ਸੋਏ। ਕਹਿੰਦੇ ਉਹ ਜਿਹੜਾ ਸੱਚਾ ਪ੍ਰਮਾਤਮਾ ਹੈ ਨਾ, ਜਿਹੜਾ ਵੱਡਾ ਪ੍ਰਮਾਤਮਾ ਹੈ, ਉਹ ਆਪ ਹੀ ਜਾਣਦਾ ਉਹ ਕਿੰਨਾ ਵੱਡਾ ਹੈ। ਜੇ ਕੋ ਆਖੈ ਬੋਲ ਵਿਗਾੜ, ਜੇ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ ਨਾ ਕਿ ਅਕਾਲ ਪੁਰਖ ਵਾਹਿਗੁਰੂ ਕਿੰਨਾ ਵੱਡਾ ਹੈ, ਤਾਂ ਲਿਖੀਏ ਸਿਰ ਗਵਾਰਾ ਗਵਾਰ। ਗੁਰੂ ਸਾਹਿਬ ਜੀ ਕਹਿੰਦੇ ਉਹ ਮਨੁੱਖ ਮੂਰਖਾਂ ਸਿਰ ਮੂਰਖ ਗਿਣਿਆ ਜਾਂਦਾ ਹੈ। ਗਵਾਰ ਤੋਂ ਭਾਵ ਹੁੰਦਾ ਹੈ ਮੂਰਖ, ਬੇਅਕਲਾ ਇਨਸਾਨ। ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਕੋਈ ਮਨੁੱਖ ਆਖੇ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖਿਆ ਸਿਰ ਗਵਾਰਾ ਗਵਾਰ। ਜੇ ਕੋਈ ਕਵੇ ਨਾ ਮੈਂ ਪ੍ਰਮਾਤਮਾ ਦੇ ਅਮੋਲਕ ਗੁਣਾਂ ਦਾ ਅੰਤ ਪਾ ਲਵਾਂਗਾ, ਜਾਂ ਗੁਰੂ ਸਾਹਿਬ ਜੀ ਕਹਿੰਦੇ ਆਪਣੀ ਸਿਆਣਪ ਵਰਤੇ, ਤਾਂ ਮਹਾਰਾਜ ਕਹਿੰਦੇ ਉਹ ਮਨੁੱਖ ਮੂਰਖਾਂ ਸਿਰ ਮੂਰਖ ਗਿਣਿਆ ਜਾਂਦਾ ਹੈ। 27 ਨੰਬਰ ਪੌੜੀ ਦੇ ਰਾਹੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੋ ਦਰ ਕਿਹਾ। ਉਹ ਦਰ ਕਿਵੇਂ ਦਾ ਹੈ? ਸੋ ਘਰ ਕਿਹਾ। ਉਹ ਘਰ ਕਿਵੇਂ ਦਾ ਹੈ? ਜਿਤ ਬੈ ਸਰਬ ਸੰਭਾਲੇ, ਜਿੱਥੇ ਬੈਠ ਕੇ ਹੇ ਨਿਰੰਕਾਰ ਤੂੰ ਜੀਵਾਂ ਦੀ ਸੰਭਾਲ ਕਰਦਾ ਹੈ। ਕਿੰਨਾ ਵਧੀਆ ਸਵਾਲ ਗੁਰੂ ਨਾਨਕ ਸਾਹਿਬ ਜੀ ਕਰਦੇ ਨੇ। ਕਹਿੰਦੇ ਐ ਰੱਬ ਜੀ ਸੋ ਦਰ ਕਿਹਾ, ਉਹ ਕਿਵੇਂ ਦਾ, ਕਿੰਨਾ ਵੱਡਾ ਘਰ, ਜਿਹੜਾ ਬੜਾ ਆਸ਼ਚਰਜ ਘਰ ਹੋਏਗਾ। ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਸਰਬ ਤੋਂ ਭਾਵ ਹੁੰਦਾ ਸਾਰੇ, ਸੰਭਾਲੇ ਤੋਂ ਭਾਵ ਹੁੰਦਾ ਸੰਭਾਲ ਕਰਨਾ। ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ। ਅੱਗੇ ਸਾਹਿਬ ਜੀ ਕਿਰਪਾ ਕਰਦੇ ਨੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਨ ਹਾਰੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੇਰੀ ਇਸ ਰਚੀ ਹੋਈ ਕੁਦਰਤ ਵਿੱਚ ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ। ਬੇਅੰਤ ਹੀ ਜੀਵ ਹਨ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ। ਵਾਜੇ ਨਾਦ
अनेक असंखा केते वावन हारे। गुरु साहब जी कहते अणगिणत वाजे ने, अणगिणत जीव ने उन्होंने वजाण वाले। केते राग परी स्यों कहियन, केते गावन हारे। रागणियां सने बेअंत ही राग कहे जाते हैं ਅਤੇ अनेका ही जीव इन्हां रागां दे गाउण वाले हैं जो तैनूं गा रहे हैं। आपां जप बाणी दी 3 नंबर पौड़ी विच पढ़ के आए हैं ना, गावे को तान होवे किसे तान, गावे को दात जाने निशान, गावे को गुण वडियाइयां चार। गुरु नानक साहब जी कहते हर एक मनुख रब नूं गाउंदा है। वो गल वक्री है कि उसदा गाउण दा तरीका अपना अलग है। कोई शब्द दी विचार करके गाउंदा है, कोई वाहिगुरू वाहिगुरू करके गाउंदा है, कोई राम राम कह के गाउंदा है, कोई अल्लाह अल्लाह कह के परमात्मा नूं याद करदा है। गुरु नानक साहब जी ने आख्या मिशन तो यह है कि परमात्मा नूं याद किया जाए, उहदी इबादत उहदी भगती की जाए। तरीका कोई भी हो सकता है, पर याद रखना गुरु ने आख्या बाणी च सबसे ऊपर गुर शब्द विचार। इस करके साहब जी बाणी में समझाते हैं केते राग परे स्यों कहियन, रागनियां सने बेअंत राग ऐसे कहे जाते हैं। केते गावन हारे, इन्हों गाउण वाले भी अलग अलग तरीकों के नाल गाउंदे हैं। गावे तोहनों पौन पानी बह संतर, गावे राजा धर्म दुआरे। जो आप जप बाणी पढ़ते हैं ना, ये 27 नंबर पौड़ी है, तो रहरा शब्द पाठ आप रोजाना शाम को पढ़ते हाँ सुनते हाँ। दोवां पौड़ियां नूं आपां ध्यान दे नाल जदों पढ़ांगे ना, 52 अंतर ने दोवां पौड़ियां दे विच। पर बहुत सारे लोग असीं जदों सुनते आ पाठ करते हैं, ਜਿਹੜਾ पाठ वो रहरस वाला कर रहे हैं उही जपजी साहब वाला कर रहे हैं। वो सोचते हैं कि शायद यही पौड़ी गुरु नानक साहब जी ने रहरस साहब के पाठ में पा दी है। कोई शक नहीं, मिलती जुलती पौड़ी है, पर 52 अंतर ने ये। इस करके गुरु साहब ने आख्या भी गुरु का सिख जदों बाणी पढ़े बड़े ध्यान दे नाल बाणी नूं पढ़ना है, विचारना है। रहरस साहब की जिहड़ी पौड़ी आपां पढ़ते हैं स्टार्टिंग दे विच, शुरू दे विच जदों आपां सोदर का पाठ करते हैं, वह भी तुसी पढ़ के देखियो। तो जपजी साहब की 27 नंबर भी पौड़ी ध्यान दे नाल पढ़ के वेखियो। गुरु साहब जी की बाणी में बहुत सारा अंतर लगा मात्रा सिहारी बिहारी इनू ध्यान में रख के आपां बाणी नूं शुद्ध उचारण सहित पढ़ना है। गावे तोहनों पौन पानी वै संतर, हे निरंकार तेनों पौन पानी अग्नि तेरे गुण जिहड़े ने वो गा रहे हैं। गावे राजा धर्म दुआरे, धर्मराज तेरे दर ते खलो के तेनों वडिया रहा है, तेनों गा रहा है। गावे चित गुप्त लिख जाने, लिख लिख धर्म विचारे। वो चित्रगुप्त भी जो चंगे मंदे जीवां दे कर्मां दे लेखे जानते हैं ਅਤੇ जिन्हां दे लिखे होए नूं धर्म राज विचारदा है, तेरी वडियाई कर रहे हैं। इत्थे गुरु नानक साहब ने समझाया गावे चित गुप्त लिख जाने। मन्निया गया कि कोई चित्र गुप्त है जिहड़ा मनुख दे चंगे मंदे कर्म लिखदा है, लिख लिख धर्म विचारे। कहंदे वो लिख लिख के जिहड़ा धर्म विचार है ना, जिहड़ा धर्म राज है, वो परमात्मा दी वडियाई नूं गाउंदा है। कहण तो भाव ये है कोई चित्रगुप्त वड्डा नहीं, कोई धर्मराज वड्डा नहीं, वड्डा केवल एको है, वो है अकाल पुरख वाहिगुरू परमात्मा। कहते दुनिया के सारे जीव तेनों परमात्मा जी गाउंदे हैं। गावे ईश्वर ब्रह्मा देवी सोहन सदा सवारे। हे अकाल पुरख वाहिगुरू परमात्मा जी, देवियां शिव जी ते ब्रह्मा जो तेरे सवारे हुए हैं तेनों गा रहे हैं। सब कुछ परमात्मा ने पैदा किया, जिन्होंने पैदा किया वो परमात्मा नूं गाउंदे हैं। गावे ईश्वर ब्रह्मा देवी सोहन सदा सवारे, वो तेनों याद करते हैं, शोभते हैं, सोहने लगते हैं। गावे इंद इंदासन बैठे। हुण इत्थे तुसीं इंद इंदासन पढ़ रहे हो, तो जो आप रहरस साहब का पाठ करते हैं उत्थे आपां पढ़ते हैं गावे इंद्र इंद्रासन बैठे। अंतर हो गया ना। इस करके गुरु साहब जी ने समझाया इत्थे इंद का अर्थ है इंद्र, इंदासन का अर्थ है जिहड़ा तखत के उत्ते बैठा होया वड्डा परमात्मा है। गावे इंद कई इंद्र अते अपने तखत ते बैठे हुए देवतियां समेत तेनों गाउंदे हैं, तेरी सिफत सलाह कर रहे हैं। गावे इंद इंदासन बैठे देवतियां आदर नाले। गुरु साहब जी कहते तेरे दर दे उत्ते बैठे हुए जिहड़े देवते ने परमात्मा जी ये भी तुहानूं गाउंदे हैं। गावे सिद्ध समाधि अंदर गावन साध विचारे।
ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾਉਂਦੇ ਹਨ, ਸਾਧ ਵਿਚਾਰ ਕਰ ਕਰਕੇ ਤੈਨੂੰ ਗਾਉਂਦੇ ਹਨ। ਗਾਵਣ ਸਾਧ ਵਿਚਾਰੇ, ਪਰਮਾਤਮਾ ਦੀ ਤੇਰੇ ਗੁਣਾਂ ਦੀ ਵਿਚਾਰ ਕਰਦੇ ਹਨ। ਗਾਵਣ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਜਤ ਧਾਰੀ ਦਾਨ ਕਰਨ ਵਾਲੇ, ਸੰਤੋਖੇ ਹੋਏ ਪੁਰਸ਼, ਬੇਅੰਤ ਤਕੜੇ ਸੂਰਮੇ ਮਨੁੱਖ। ਪਰਮਾਤਮਾ ਜੀ ਤੁਹਾਡੀ ਜਿਹੜੀ ਵਿਚਾਰ ਹੈ, ਤੁਹਾਡੀ ਬਾਣੀ ਹੈ, ਤੁਹਾਡੇ ਗੁਣ ਨੇ ਜਿਹੜੇ ਅਮੋਲਕ ਗੁਣ ਨੇ, ਜਿਨ੍ਹਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਹ ਵੀ ਤੈਨੂੰ ਗਾਉਂਦੇ ਹਨ। ਗਾਵਣ ਜਤੀ ਸਤੀ ਸੰਤੋਖੀ, ਸੰਤੋਖੀ ਮਨੁੱਖ, ਜਤੀ ਸਤੀ ਮਨੁੱਖ ਜਿਹੜੇ ਨੇ, ਸੰਤੋਖ ਗੁਣਾ ਵਾਲੇ ਮਨੁੱਖ ਪਰਮਾਤਮਾ ਜੀ ਤੈਨੂੰ ਗਾਉਂਦੇ ਹਨ। ਗਾਵਣ ਪੰਡਿਤ ਪੜਨ ਰਖੀਸ਼ਰ, ਜੁਗ ਜੁਗ ਵੇਦਾਂ ਨਾਲੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ, ਪੰਡਤ ਤੇ ਜਿਹੜੇ ਮਹਾਰਿਸ਼ੀ ਨੇ ਜੋ ਵੇਦਾਂ ਨੂੰ ਪੜ੍ਹਦੇ ਹਨ, ਵੇਦਾਂ ਸਣੇ ਤੈਨੂੰ ਗਾਉਂਦੇ ਹਨ। ਗਾਵਣ ਪੰਡਿਤ ਪੜਨ ਰਖੀਸ਼ਰ, ਗੁਰੂ ਸਾਹਿਬ ਜੀ ਕਹਿੰਦੇ ਰਖੀਸ਼ਰ ਤੋਂ ਭਾਵ ਹੁੰਦਾ ਮਹਾਰਿਸ਼ੀ, ਵੱਡੇ ਵੱਡੇ ਰਿਸ਼ੀ। ਜੁਗ ਜੁਗ ਵੇਦਾਂ ਨਾਲੇ, ਜੋ ਵੇਦਾਂ ਨੂੰ ਲੰਬੇ ਸਮੇਂ ਤੋਂ ਪੜ੍ਹਦੇ ਆ ਰਹੇ ਨੇ, ਗੁਰੂ ਸਾਹਿਬ ਜੀ ਕਹਿੰਦੇ ਉਹ ਵੀ ਤੈਨੂੰ ਗਾ ਰਹੇ ਹਨ। ਗਾਵੇ ਮੋਹਣੀਆਂ ਮਨ ਮੋਹਣ, ਸੁਰਗਾ ਮੱਚ ਪਿਆਲੇ। ਗੁਰੂ ਸਾਹਿਬ ਜੀ ਕਹਿੰਦੇ ਮਨ ਨੂੰ ਮੋਹ ਲੈਣ ਵਾਲੀਆਂ ਸੋਹਣੀਆਂ ਇਸਤਰੀਆਂ। ਗਾਵੇ ਮੋਹਣੀਆਂ ਮਨਮੋਹਨ, ਸੁਰਗਾ ਮਚ ਪਿਆਲੇ। ਸੁੰਦਰ ਇਸਤਰੀਆਂ ਜੋ ਸੁਰਗ, ਮਾਤ ਲੋਕ ਤੇ ਪਾਤਾਲ ਲੋਕ, ਹਰੇਕ ਥਾਂ ਦੇ ਵਿੱਚ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਪਰਮਾਤਮਾ ਜੀ ਉਹ ਵੀ ਤੈਨੂੰ ਗਾ ਰਹੀਆਂ ਹਨ। ਗਾਵਾਂ ਰਤਨ ਉਪਾਏ ਤੇਰੇ, ਹੇ ਨਿਰੰਕਾਰ ਵਾਹਿਗੁਰੂ ਪਰਮਾਤਮਾ ਜੀ, ਤੇਰੇ ਦੁਆਰਾ ਪੈਦਾ ਕੀਤੇ ਹੋਏ ਰਤਨ 68 ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ। ਗਾਵੇ ਜੋਧ ਮਹਾਮਲ ਸੂਰਾ, ਗਾਵੇ ਖਾਣੀ ਚਾਰੇ। ਵੱਡੇ ਵੱਡੇ ਯੋਧੇ ਸੂਰਮੇ ਪਰਮਾਤਮਾ ਜੀ ਤੁਹਾਡੀ ਸਿਫਤ ਸਲਾਹ ਕਰ ਰਹੇ ਹਨ। ਚੌਹਾਂ ਹੀ ਗਾਣੀਆਂ ਦੇ ਜਿਹੜੇ ਜੀਵ ਜੰਤੂ ਨੇ ਪਰਮਾਤਮਾ ਜੀ ਤੁਹਾਨੂੰ ਗਾਉਂਦੇ ਹਨ। ਗਾਵੇ ਜੋਧ, ਜੋਧ ਤੋਂ ਭਾਵ ਹੁੰਦਾ ਯੋਧੇ, ਮਹਾਬਲ ਵੱਡੇ ਬਲ ਵਾਲੇ, ਸੂਰਮੇ ਸੂਰਾ। ਗਾਵੇ ਖਾਣੀ ਚਾਰੇ, ਚਾਰੋਂ ਖਾਣੀਆਂ ਦੇ ਵਿੱਚ ਰਹਿ ਕੇ ਤੈਨੂੰ ਗਾਉਂਦੇ ਹਨ। ਗਾਵੇ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸਾਰੀ ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ ਜੋ ਤੂੰ ਪੈਦਾ ਕਰਕੇ ਟਿਕਾਏ ਹੋਏ ਨੇ ਪਰਮਾਤਮਾ ਜੀ, ਉਹ ਵੀ ਤੈਨੂੰ ਗਾਉਂਦੇ ਹਨ। ਗਾਵੇ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਪਰਮਾਤਮਾ ਜੀ ਇਹ ਵੀ ਤੁਹਾਨੂੰ ਗਾਉਂਦੇ ਹਨ। ਸਈ ਤੁਧਨੋਂ ਗਾਵੇ ਜੋ ਤੁਧ ਭਾਵਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਸਾਨੂੰ ਸਮਝਾ ਰਹੇ ਹਨ, ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀਓ, ਅਸਲ ਵਿੱਚ ਉਹ ਤੇਰੇ ਪ੍ਰੇਮ ਵਿੱਚ ਰੱਤੇ ਰਸੀਏ ਭਗਤ ਜਨ ਜੋ ਤੈਨੂੰ ਗਾਉਂਦੇ ਹਨ, ਭਾਵ ਉਹਨਾਂ ਦਾ ਹੀ ਗਾਉਣਾ ਸਫਲ ਹੈ ਜੋ ਤੈਨੂੰ ਚੰਗੇ ਲੱਗਦੇ ਹਨ। ਸਈ ਤੁਧਨੋਂ ਗਾਵੇਂ, ਉਹੀ ਮਨੁੱਖ ਤੈਨੂੰ ਗਾਉਂਦੇ ਹਨ ਜੋ ਤੁਧ ਭਾਵਨ, ਜੋ ਤੈਨੂੰ ਚੰਗੇ ਲੱਗਦੇ ਹਨ। ਰੱਤੇ ਤੇਰੇ ਭਗਤ ਰਸਾਲੇ, ਜਿਹੜੇ ਤੇਰੇ ਭਗਤੀ ਦੇ ਵਿੱਚ ਰੱਤੇ ਗਏ ਨੇ, ਤੈਨੂੰ ਸਮਝਦੇ ਨੇ, ਤੈਨੂੰ ਵਿਚਾਰਦੇ ਹਨ। ਆਪਾਂ ਬਾਣੀ ਵਿੱਚੋਂ ਪੜ੍ਹਦੇ ਹਨ, ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਿਨੇ ਸਗਲ ਵਸਤਾ ਕੈ ਜਾਕਾ ਸਤਿਗੁਰ ਪੂਰਾ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਨੇਕਾਂ ਹੋਰ ਜੀਵ ਨੇ ਜੋ ਤੈਨੂੰ ਗਾਉਂਦੇ ਹਨ। ਸੇ ਮੈਂ ਚੇਤਨਾ ਆਵਨ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜੇ ਮੇਰੇ ਤੋਂ ਗਿਣੇ ਵੀ ਨਹੀਂ ਜਾ ਸਕਦੇ, ਨਾਨਕ ਭਲਾ ਕੀ ਵਿਚਾਰ ਕਰ ਸਕਦਾ ਹੈ। ਨਾਨਕ ਕਿਆ ਵਿਚਾਰੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੱਸੋ ਮੈਂ ਕਿੰਨੀ ਕੁ ਵਿਚਾਰ ਕਰਾਂ। ਹੋਰ ਕੀਤੇ ਗਾਵਣ, ਅਨੇਕਾਂ ਹੀ ਮਨੁੱਖ ਤੈਨੂੰ ਗਾਉਂਦੇ ਹਨ। ਸੇ ਮੈਂ ਚੇਤਨ ਆਵਨ, ਜਿਹੜੇ ਮੈਨੂੰ ਚੇਤੇ ਵਿੱਚ ਵੀ ਨਹੀਂ, ਨਾਨਕ ਕਿਆ ਵਿਚਾਰੇ। ਕਹਿੰਦੇ ਨਾਨਕ ਜੀ ਕੀ ਵਿਚਾਰ ਕਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸੱਚ ਹੀ ਨਹੀਂ। ਜਦੋਂ ਆਪਾਂ ਬਾਣੀ ਪੜ੍ਹਨੀ ਹੈ ਨਾ ਪਿਆਰਿਓ, ਗੁਰਬਾਣੀ ਦੇ ਜਿਹੜਾ ਉਚਾਰਨ ਹੈ, ਮੈਂ ਅਕਸਰ ਬੇਨਤੀ ਕਰਦਾ ਹੁੰਦਾ, 3 ਸਟੇਜਾਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਸਿੱਖ ਨੂੰ ਬਾਣੀ ਪੜ੍ਹਨੀ ਆਉਣੀ ਚਾਹੀਦੀ ਹੈ। ਗੁਰਬਾਣੀ ਨੂੰ ਪੜ੍ਹੀਦਾ ਕਿਵੇਂ ਹੈ, ਫਿਰ ਗੁਰਬਾਣੀ ਦੇ ਅਰਥਾਂ ਨੂੰ ਬੜੇ ਧਿਆਨ ਦੇ ਨਾਲ ਸਮਝਣਾ ਹੈ, ਫਿਰ ਗੁਰਬਾਣੀ ਦੇ ਭਾਵ ਅਰਥਾਂ ਨੂੰ ਸਮਝਣਾ ਹੈ, ਫਿਰ ਗੁਰਬਾਣੀ ਦੇ ਉੱਤੇ ਤੁਰਨਾ ਹੈ। ਤੁਰਨ ਤੋਂ ਭਾਵ ਹੈ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ 'ਚ ਲੈ ਕੇ ਆਉਣਾ ਹੈ। ਜਿਵੇਂ ਹੁਣ ਆਪਾਂ ਅਕਸਰ ਹੀ ਵਿਆਹਾਂ ਦੇ ਵਿੱਚ ਸ਼ਬਦ ਪੜ੍ਹਿਆ ਜਾਂਦਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜੇ ਤੇ ਰੁਕਣਾ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਪੜ੍ਹਨਾ ਹੈ। ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਸ਼ਬਦ ਗੁਰਬਾਣੀ ਵਿੱਚ ਆਏ ਨੇ। ਕਹਿਣ ਤੋਂ ਭਾਵ ਇਹ ਆਪਾਂ ਜਦੋਂ ਵੀ ਗੁਰਬਾਣੀ ਪੜ੍ਹਨੀ ਹੈ, ਸ਼ੁੱਧ ਪੜ੍ਹਨੀ ਹੈ।
गलती एक दो बार हो भी जाए तो मनुख ने परवाह नहीं करनी, क्योंकि जिस गुरु की बाणी पढ़नी आपां, गुरु इन्नी समर्था रखता है कि अपने बच्चों का भला लोचता है। इस करके गुरु नानक पातशाह महाराज जी ने थां पुर थां ये गल सानूं समझाई है कि जदों भी आपां बाणी पढ़नी है मन करके सुचेत होकर बाणी नूं पढ़ना है, ताकि उच्चारण वधिया हो सके। इस तरीके दे नाल इत्थे उच्चारण है, सोई सोई सदा सच साहिब साचा साची नाई। वो अकाल पुरख वाहिगुरु परमात्मा सदा स्थिर है, वो मालिक सच्चा है, उसकी वडियाई भी सदा अटल है। सोई सोई सदा सच साहिब साचा, परमात्मा सच्चा है, साची नाई जिहड़ा उहदा न्याय है ना प्यारिओ, जिहड़ा उहदा नियम है ये भी एक अटल है। जिवें मौत अटल है ना, इस तरीके दे नाल गुरु ग्रंथ साहिब की बाणी अटल है, ये यूनीवर्सल ट्रुथ है, अटल सच्चाई है। इस करके गुरु नानक साहब जी ने आख्या है पी होसी जाए ना जासी रचना जिन रचाई। जिस अकाल पुरख वाहिगुरु परमात्मा ने ये सारी सृष्टि पैदा की है ना, वो इस वेले मौजूद है, सदा रहेगा, ना वो जम्मिया तो ना ही परमात्मा मरेगा। है भी हुण भी है, होसी जाए ना जासी आने वाले समय विच भी रहेगा। रचना जिन रचाई, जिस परमात्मा ने ये सारी रचना की है, जिन्हें ये सब कुछ पैदा किया है। सतगुरु ने बाणी च आख्या कि जो उपजियो सो बिनस है परो आज के कार। पगा वाले गुरु के सिखो, जिहड़ी चीज़ भी पैदा हुई है ना, उन्हें एक न एक दिन खत्म हो जाना है। पर परमात्मा ने, गुरु नानक ने सानू बाणी विच ये गल समझाई है कि प्यारिया, जिहड़ा परमात्मा का नियम है ना, वो अटल है, वो यूनीवर्सल ट्रुथ है, वो एक अटल सच्चाई है। परमात्मा जिवें आपां उदाहरण के तौर पर लै लईए, 500 साल पहला भी सिख की अगवाई गुरु ग्रंथ साहब ने की है, अज भी सिख की अगवाई गुरु ग्रंथ साहब जी करते हैं। जदों आपां संसार तो चले जाना है, उदों भी साडी अगवाई गुरु ग्रंथ साहब पातशाह महाराज जी करनगे। इस करके साहब ने अखीरलियां पंक्तियां विच बड़ी सुंदर विचार साडी झोली विच पाई है। साहब जी कहते हैं है पी होसी जाए ना जासी रचना जिन रचाई। वो अकाल पुरख वाहिगुरु परमात्मा ने जिहड़ी ये सृष्टि साजी है ना, वो सदा मौजूद रहेगा। इस करके ना परमात्मा जमदा है, ना ही परमात्मा मरदा है। रंगी रंगी भांति कर कर जिनसी माया जिन उपाई। जिस अकाल पुरख ने कई रंगा दियां, किस्मां दियां, जिनसां दियां ये माया जिहड़ी रची है ना, माया जिन उपाई, उपाई तो भाव होंदा पैदा करना, रचना, किसी चीज़ नूं बनाउणा। तो गुरु साहब जी कहते कर कर वेखै कीता अपना जिव तिसदी वडियाई। कहते जिवें उस अकाल पुरख वाहिगुरु परमात्मा की रज़ा है, भाव जिड्डा वड्डा वो आप है, उड्डे वड्डे जिगरे नाल जगत नूं रच के अपने पैदा किए होए दी संभाल भी कर रहा है। जो तिस भावै सोई करसी हुक्म न करना जाई। जो कुछ अकाल पुरख वाहिगुरु परमात्मा नूं भाउंदा है उही करेगा। किसी जीव पासों अकाल पुरख अगे हुक्म नहीं किया जा सकता। उसनूं ये नहीं आख सकते कि इयों ना इयों कर। जो तिस भावै परमात्मा जी, जो तुहानूं चंगा लगता है सोई करसी उही परमात्मा करेगा। हुक्म ना करना जाई। दुनिया का कोई भी जीव उस अकाल पुरख वाहिगुरु परमात्मा अगे अपना हुक्म नहीं चला सकता। परमात्मा का हुक्म आपां सारिਆਂ ने मनना है, पर आपां रब अगे अपना हुक्म नहीं चला सकते, क्योंकि मनुख की कोई पाया नहीं है। क्योंकि रब ने सानू पैदा करके संसार च भेजिया। अखीरली पंक्ति विच गुरु साहब जी कहते ने सो पातशाह, वो अकाल पुरख वाहिगुरु परमात्मा पातशाह है। शाह पत साहिब पातशाह का भी पातशाह है। नानक रहन रजाई। हे नानक, जीवन उसकी रजा विच ही रहना चंगा लगता है, रहना चाहिए है। जिहड़ा परमात्मा पातशाह का भी पातशाह है। गुरु साहब जी कृपा करन। आपां 26 ते 27 नंबर पौड़ी की विचार की है। 26 नंबर पौड़ी में गुरु नानक साहब जी ने आख्या अमुल गुण अमुल व्यापार अमुल भंडारीए अमुल अमुल व्यापारी अमुल भंडार। गुरु नानक साहब जी कहते प्यारिया, संसार विच आया जिहड़ा परमात्मा अमुल है,
ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਹਦੀ ਕੀਮਤ ਨਹੀਂ ਪਾਈ ਜਾ ਸਕਦੀ, ਕਹਿੰਦੇ ਉਸ ਪਰਮਾਤਮਾ ਦੇ ਨਾਲ ਜੁੜਿਆ ਕਰ। ਇਸ ਕਰਕੇ ਉਹਦਾ ਦਰ ਬੜਾ ਚੰਗਾ ਹੈ। ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਵਿੱਚ, ਹੁਕਮ ਵਿੱਚ, ਭਾਣੇ ਵਿੱਚ ਰਹਿਣਾ ਸਿੱਖ ਲਾ। ਗੁਰੂ ਤੇਰੇ ਉੱਤੇ ਕਿਰਪਾ ਕਰੇਗਾ। ਇਸ ਕਰਕੇ ਆਪਾਂ ਸਾਰੇ ਕੋਸ਼ਿਸ਼ ਕਰੀਏ ਆਪਣੇ ਜਿਉਂਦੇ ਜੀ ਇੱਕ ਇੱਕ ਸਹਿਜ ਪਾਠ ਜਿਹੜਾ ਹੈ ਆਪਾਂ ਨੂੰ ਕਰਨਾ ਚਾਹੀਦਾ ਹੈ। ਅਰਥਾਂ ਸਮੇਤ ਬਾਣੀ ਪੜ੍ਹਨੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕਿੰਨਾ ਸੋਹਣਾ ਮੈਸੇਜ ਇਸ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਦਿੱਤਾ ਹੈ। ਗੁਰੂ ਸਾਹਿਬ ਕਿਰਪਾ ਕਰਨ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਬੁਲਾਓ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।